ਨਮਸਕਾਰ, ਆਦਾਬ, ਸਤਿ ਸ੍ਰੀ ਅਕਾਲ। ਚੈਨਲ ਪੰਜਾਬੀ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਦੁਪਿੰਦਰ ਕੌਰ ਤੇ ਹਾਜ਼ਰ ਹਾਂ ਲੈ ਕੇ ਦੇਸ਼ ਵਿਦੇਸ਼ ਨਾਲ ਜੁੜੀਆਂ ਕੁਝ ਖਾਸ ਖਬਰਾਂ। ਸ਼ੁਰੂਆਤ ਵਿੱਚ ਗੱਲ ਕਰਾਂਗੇ ਕੈਨੇਡਾ ਤੋਂ ਆਈ ਖਬਰ ਦੇ ਨਾਲ। ਇੱਕ ਪਾਸੇ ਜਿੱਥੇ ਕੋਰੋਨਾ ਮਹਾਮਾਰੀ ਨਾਲ ਬਹੁਤ ਸਾਰੇ ਲੋਕਾਂ ਦੇ ਕੰਮਾਂ ਤੇ ਅਸਰ ਪਿਆ ਹੈ, ਉੱਥੇ ਹੀ ਦੂਜੇ ਪਾਸੇ ਮਹਿੰਗਾਈ ਹਰ ਰੋਜ਼ ਵੱਧਦੀ ਜਾ ਰਹੀ ਹੈ। ਆਮ ਨਾਗਰਿਕ ਇਸ ਵੱਧਦੀ ਮਹਿੰਗਾਈ ਤੋਂ ਬਹੁਤ ਹੀ ਪਰੇਸ਼ਾਨ ਹੈ ਅਤੇ ਮਜਬੂਰ ਵੀ ਹੈ। ਆਮ ਲੋਕਾਂ ਤੇ ਮਹਿੰਗਾਈ ਦੇ ਪੈ ਰਹੇ ਅਸਰ ਨੂੰ ਕੁਝ ਘੱਟ ਕਰਨ ਲਈ 1 ਅਪ੍ਰੈਲ 2022 ਤੋਂ ਸ਼ੁਰੂ ਕਰਕੇ ਕੈਨੇਡਾ ਦੀ ਫੈਡਰਲ ਸਰਕਾਰ ਰਸਮੀ ਤੌਰ ਉੱਤੇ ਘੱਟੋ-ਘੱਟ ਉਜਰਤਾਂ ਵਿੱਚ ਵਾਧਾ ਕਰਨ ਜਾ ਰਹੀ ਹੈ। ਇਸ ਨਾਲ ਘੱਟ ਤੋਂ ਘੱਟ ਫੈਡਰਲ ਉਜਰਤ ਤੋਂ $1 ਤੋਂ $15 ਦੀ ਬਜਾਏ $15.55 ਹੋ ਜਾਵੇਗੀ। ਕੈਨੇਡਾ ਸਰਕਾਰ ਦੇ ਰੋਜ਼ਗਾਰ ਅਤੇ ਸਮਾਜਿਕ ਵਿਕਾਸ ਵਿਭਾਗ ਵੱਲੋਂ ਘੱਟੋ ਘੱਟ ਮਿਨੀਮਮ ਵਿੱਚ ਵਾਧਾ ਕਰਦਿਆਂ 55 ਸੈਂਟ ਵਧਾਉਣ ਦਾ ਐਲਾਨ ਕੀਤਾ ਗਿਆ। ਇਸ ਐਲਾਨ ਤੋਂ ਬਾਅਦ ਕਾਮਿਆਂ ਨੂੰ $1 ਤੋਂ $15 ਦੀ ਬਜਾਏ $15.55 ਤੋਂ ਘੱਟ ਉਜਰਤ ਨਹੀਂ ਮਿਲੇਗੀ। ਇਹ ਵਾਧਾ 1 ਅਪ੍ਰੈਲ 2022 ਤੋਂ ਦਰਜ ਕੀਤਾ ਜਾਵੇਗਾ। ਦੱਸ ਦਈਏ ਕਿ ਫੈਡਰਲ ਸਰਕਾਰ ਵੱਲੋਂ ਐਲਾਨੀ ਗਈ ਉਜਰਤ ਦਰ ਬੈਂਕਾਂ, ਡਾਕ ਸੇਵਾਵਾਂ, ਅੰਤਰ ਸੂਬਾਈ ਟਰਾਂਸਪੋਰਟੇਸ਼ਨ ਅਤੇ ਫੈਡਰਲ ਕਰਾਊਨ ਕਾਰਪੋਰੇਸ਼ਨ ਦੇ ਮੁਲਾਜ਼ਮਾਂ ਤੇ ਲਾਗੂ ਹੋਵੇਗੀ। ਉੱਥੇ ਜਿਹੜੇ ਉਦਯੋਗ ਫੈਡਰਲ ਸਰਕਾਰ ਦੇ ਘੇਰੇ ਵਿੱਚ ਨਹੀਂ ਆਉਂਦੇ, ਉੱਥੇ ਸੂਬਾ ਸਰਕਾਰਾਂ ਦੁਆਰਾ ਤੈਅ ਉਜਰਤ ਦਰ ਹੀ ਲਾਗੂ ਹੁੰਦੀ ਹੈ। ਜਿਹੜੇ ਸੂਬਿਆਂ ਵਿੱਚ ਫੈਡਰਲ ਉਜਰਤ ਦਰ ਤੋਂ ਵੱਧ ਮਿਹਨਤਾਂ ਦਿੱਤੀ ਜਾ ਰਹੀ ਹੈ, ਉੱਥੇ ਉੱਚੀ ਦਰ ਹੀ ਲਾਗੂ ਮੰਨੀ ਜਾਵੇਗੀ। ਮਿਸਾਲ ਦੇ ਤੌਰ ਤੇ ਨੂਨਾਵਤ ਵਿਖੇ ਘੱਟੋ ਘੱਟ ਉਜਰਤ ਦਰ $16 ਪ੍ਰਤੀ ਘੰਟਾ ਚੱਲ ਰਹੀ ਹੈ ਅਤੇ ਫੈਡਰਲ ਦਰ ਵੀ ਇਸ ਦੇ ਬਰਾਬਰ ਹੀ ਮੰਨੀ ਜਾਵੇਗੀ। ਫੈਡਰਲ ਸਰਕਾਰ ਵੱਲੋਂ ਉਜਰਤ ਦਰ 'ਚ ਵਾਧਾ ਕੀਤੇ ਜਾਣ ਦੇ ਬਾਵਜੂਦ ਰੋਜ਼ਗਾਰ ਖੇਤਰ ਦੇ ਜਾਣਕਾਰ ਇਸ ਨੂੰ ਮਹਿੰਗਾਈ ਦੇ ਅੰਕੜੇ ਨਾਲ ਜੁੜਨ ਦੀ ਮੰਗ ਕਰ ਰਹੇ ਹਨ ਅਤੇ ਵੈਂਕੂਵਰ ਵਿਖੇ $20.52 ਪ੍ਰਤੀ ਘੰਟਾ ਜਦਕਿ ਟੋਰਾਂਟੋ ਵਿਖੇ $22 ਪ੍ਰਤੀ ਘੰਟਾ ਉਜਰਤ ਦਰ ਤੈਅ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਕੈਲਗਰੀ ਵਿਖੇ ਘੱਟੋ ਘੱਟ ਉਜਰਤ ਦਰ $18.60 ਮੰਨੀ ਜਾ ਰਹੀ ਹੈ। ਇੰਪਲਾਇਮੈਂਟ ਐਂਡ ਸੋਸ਼ਲ ਮੀਡੀਆ ਡਿਵੈਲਪਮੈਂਟ ਕੈਨੇਡਾ ਦਾ ਕਹਿਣਾ ਹੈ ਕਿ 55 ਸੈਂਟ ਘੱਟੋ ਘੱਟ ਉਜਰਤਾਂ ਵਿੱਚ ਵਾਧਾ 2021 ਤੋਂ ਸਾਲਾਨਾ ਔਸਤ ਕੰਜ਼ਿਊਮਰ ਪ੍ਰਾਈਸ ਇੰਡੈਕਸ ਵਿੱਚ 3.4% ਦੇ ਵਾਧੇ ਨੂੰ ਦਰਸਾਉਂਦਾ ਹੈ, ਜੋ ਕਿ ਸਟੈਟਿਕਸ ਕੈਨੇਡਾ ਵੱਲੋਂ ਰਿਪੋਰਟ ਕੀਤਾ ਗਿਆ ਹੈ। ਜਿਨ੍ਹਾਂ ਪ੍ਰੋਵਿੰਸਾਂ ਤੇ ਟੈਰੀਟੋਰੀਜ਼ ਵਿੱਚ ਫੈਡਰਲ ਰੇਟ ਨਾਲੋਂ ਵੱਧ ਘੱਟ ਤੋਂ ਘੱਟ ਉਜਰਤਾਂ ਹਨ, ਉੱਥੇ ਵੱਧ ਉਜਰਤਾਂ ਹੀ ਲਾਗੂ ਹੋਣਗੀਆਂ। ਦੂਜੀ ओर ਫਰਵਰੀ ਮਹੀਨੇ ਵਿੱਚ ਕੈਨੇਡੀਅਨ ਘਰਾਂ ਦੀ ਔਸਤ ਕੀਮਤ $8,16,720 ਦਰਜ ਕੀਤੀ ਗਈ ਹੈ। ਕੈਨੇਡਾ ਰੀਅਲ ਐਸਟੇਟ ਐਸੋਸੀਏਸ਼ਨ CREA ਦੇ ਮੁਤਾਬਕ ਇਹ ਹੁਣ ਤੱਕ ਦਰਜ ਹੋਣ ਵਾਲੀ ਸਭ ਤੋਂ ਵੱਧ ਔਸਤ ਕੀਮਤ ਹੈ। CREA ਐਸੋਸੀਏਸ਼ਨ ਅਨੁਸਾਰ ਘਰਾਂ ਦੀ ਵਿਕਰੀ ਦੇ ਲਿਹਾਜ਼ ਨਾਲ ਫਰਵਰੀ ਮਹੀਨਾ ਹੁਣ ਤੱਕ ਦਾ ਦੂਸਰਾ ਸਭ ਤੋਂ ਵਿਅਸਤ ਮਹੀਨਾ ਰਿਹਾ ਹੈ। ਦੱਸ ਦਈਏ ਕਿ ਵਿਕਰੀ ਪੱਖੋਂ ਪਿਛਲਾ ਸਾਰਾ ਸਾਲ ਹੀ ਹੁਣ ਤੱਕ ਦਾ ਸਭ ਤੋਂ ਵਿਅਸਤ ਸਾਲ ਬੀਤਿਆ ਹੈ। ਫਰਵਰੀ ਮਹੀਨੇ ਵਿੱਚ ਕਰੀਬ 60,000 ਘਰਾਂ ਦੀ ਵਿਕਰੀ ਹੋਈ ਅਤੇ ਘਰਾਂ ਦੀਆਂ ਨਵੀਆਂ ਲਿਸਟਿੰਗਸ ਵਿੱਚ ਹੋ ਰਹੇ ਵਾਧੇ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਮਾਰਚ ਵਿੱਚ ਘਰਾਂ ਦੀ ਜ਼ਬਰਦਸਤ ਵਿਕਰੀ ਦਰਜ ਹੋਵੇਗੀ। ਘਰਾਂ ਦੀ ਔਸਤ ਕੀਮਤ $8,16,720 ਦਰਜ ਹੋਣਾ ਪਿਛਲੇ ਸਾਲ ਦੇ ਪੱਧਰ ਵਿੱਚ 20% ਵਾਧਾ ਦਰਸਾ ਰਿਹਾ ਹੈ। ਕੈਨੇਡੀਅਨ ਰੀਅਲ ਐਸਟੇਟ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਔਸਤ ਕੀਮਤਾਂ ਮਿਸਲੀਡਿੰਗ ਵੀ ਹੋ ਸਕਦੀਆਂ ਹਨ ਕਿਉਂਕਿ ਟੋਰਾਂਟੋ ਅਤੇ ਵੈਨਕੂਵਰ ਵਰਗੇ ਮਹਿੰਗੇ ਸ਼ਹਿਰਾਂ ਵਿੱਚ ਘਰਾਂ ਦੀ ਵਿਕਰੀ ਤੋਂ ਪ੍ਰਭਾਵਿਤ ਹੁੰਦੀਆਂ ਹਨ। ਇਸ ਕਰਕੇ ਹਾਊਸ ਪ੍ਰਾਈਸਿੰਗ ਇੰਡੈਕਸ HPI ਦੇ ਨੁਕਤੇ ਤੋਂ ਇਸ ਦਾ ਮੁਲਾਂਕਣ ਜ਼ਿਆਦਾ ਦੁਰਸਤ ਹੋਵੇਗਾ। ਹਾਊਸ ਪ੍ਰਾਈਸਿੰਗ ਇੰਡੈਕਸ ਘਰਾਂ ਦੀ ਵਿਕਰੀ ਦੀ ਤਾਦਾਦ ਨੂੰ ਘਰ ਦੀ ਕਿਸਮ ਦੇ ਅਨੁਕੂਲ ਦਰਜ ਕਰਦਾ ਹੈ, ਜਿਸ ਨਾਲ ਮਾਰਕੀਟ ਦਾ ਬਿਹਤਰ ਅਕਸ ਸਾਹਮਣੇ ਆਉਂਦਾ ਹੈ। ਪਰ HPI ਵਿੱਚ ਵੀ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪਿਛਲੇ 1 ਸਾਲ ਵਿੱਚ HPI ਵਿੱਚ 29% ਵਾਧਾ ਹੋ ਚੁੱਕਾ ਹੈ, ਜੋ ਕਿ ਹੁਣ ਤੱਕ ਦਾ ਸਭ ਤੋਂ ਤੇਜ਼ ਵਾਧਾ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਇਹ ਖਾਸ ਖਬਰ ਵਿਦੇਸ਼ਾਂ 'ਚ ਵਸੇ ਹੋਏ ਪੰਜਾਬੀਆਂ ਨਾਲ ਜੁੜੀ ਹੋਈ ਹੈ। ਪੰਜਾਬੀ ਦੁਨੀਆ ਵਿੱਚ ਜਿੱਥੇ ਵੀ ਜਾਂਦੇ ਨੇ ਆਪਣੀ ਮਿਹਨਤ ਦੇ ਸਿਰ ਤੇ ਮਾਣ-ਮੱਤਾ ਮੁਕਾਮ ਹਾਸਲ ਕਰਦੇ ਨੇ। ਦੇਸ਼ ਵਿਦੇਸ਼ ਵਿੱਚ ਵੀ ਪੰਜਾਬੀ ਮੂਲ ਦੇ ਲੋਕਾਂ ਨੇ ਸਫਲਤਾ ਦੇ ਝੰਡੇ ਗੱਡੇ ਹੋਏ ਨੇ। ਕਾਰੋਬਾਰਾਂ ਅਤੇ ਹੋਰ ਖੇਤਰਾਂ ਦੇ ਨਾਲ-ਨਾਲ ਪੰਜਾਬੀ ਵੱਖ-ਵੱਖ ਪੁਲਿਸ ਅਦਾਰਿਆਂ ਅਤੇ ਸੈਨਾ ਵਿੱਚ ਵੀ ਸੇਵਾਵਾਂ ਨਿਭਾ ਰਹੇ ਨੇ। ਇਸੇ ਤਰ੍ਹਾਂ ਦਾ ਮਾਣ ਪੰਜਾਬੀਆਂ ਦਾ ਵਧਾਉਂਦੇ ਹੋਏ ਇੱਕ ਖਬਰ ਸਾਹਮਣੇ ਆਈ ਹੈ। ਦੂਜਾ ਪੰਜਾਬ ਕਹੇ ਜਾਂਦੇ ਹੋਏ ਕੈਨੇਡਾ ਤੋਂ ਇਹ ਖਬਰ ਸਾਹਮਣੇ ਆਈ ਹੈ। ਆਓ ਮਾਰਦੇ ਹਾਂ ਇਸ ਤੇ ਨਜ਼ਰ। ਰੋਜ਼ੀ ਰੋਟੀ ਖਾਤਰ ਵਿਦੇਸ਼ਾਂ 'ਚ ਵਸੇ ਪੰਜਾਬੀਆਂ ਨੇ ਹਰ ਖੇਤਰ ਵਿੱਚ ਆਪਣਾ ਨਾਮ ਚਮਕਾਇਆ ਹੈ, ਫਿਰ ਉਹ ਭਾਵੇਂ ਖੇਡਾਂ ਦਾ ਖੇਤਰ ਹੋਵੇ ਜਾਂ ਫਿਰ ਰਾਜਨੀਤੀ ਦਾ। ਜੇਕਰ ਦੁਨੀਆ ਤੇ ਅਮਰੀਕਾ, ਕੈਨੇਡਾ, ਇੰਗਲੈਂਡ ਜਾਂ ਨਿਊਜ਼ੀਲੈਂਡ ਆਦਿ ਵਰਗੇ ਵੱਡੇ ਦੇਸ਼ਾਂ ਦੀ ਗੱਲ ਕੀਤੀ ਜਾਵੇ ਤਾਂ ਹਰ ਦੇਸ਼ ਵਿੱਚ ਪੰਜਾਬੀ ਪ੍ਰਮੁੱਖ ਅਹੁਦਿਆਂ ਤੇ ਨੇ।
ਅਜਿਹਾ ਇੱਕ ਪੰਜਾਬੀ ਰਿਚਮੈਂਟ ਦਾ ਪੁਲਿਸ ਮੁਖੀ ਨਿਯੁਕਤ ਕੀਤਾ ਗਿਆ ਹੈ। ਰਾਇਲ ਕੈਨੇਡੀਅਨ ਮਾਊਂਟਡ ਪੁਲਿਸ ਦੇ ਸੀਨੀਅਰ ਪੰਜਾਬੀ ਅਧਿਕਾਰੀ ਦੇਵ ਚੌਹਾਨ ਨੂੰ ਬ੍ਰਿਟਿਸ਼ ਕੋਲੰਬੀਆ ਸੂਬੇ ਦੇ ਸ਼ਹਿਰ ਰਿਚਮੰਡ ਦਾ ਪੁਲਿਸ ਮੁਖੀ ਨਿਯੁਕਤ ਕੀਤਾ ਗਿਆ ਹੈ, ਜੋ ਕਿ ਸਮੁੱਚੇ ਪੰਜਾਬੀ ਭਾਈਚਾਰੇ ਲਈ ਮਾਣ ਵਾਲੀ ਗੱਲ ਹੈ। ਰਿਚਮੰਡ RCMP ਦੇ ਇਤਿਹਾਸ 'ਚ ਇਸ ਉੱਚ ਅਹੁਦੇ ਤੇ ਪਹੁੰਚਣ ਵਾਲਾ ਦੇਵ ਚੌਹਾਨ ਪਹਿਲਾ ਪੰਜਾਬੀ ਪੁਲਿਸ ਅਧਿਕਾਰੀ ਹੈ। ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਔੜ ਨੇੜੇ ਪਿੰਡ ਮਲਪੁਰ ਦਾ ਜੰਪਾਲ ਦੇਵ ਚੌਹਾਨ 15 ਸਾਲ ਦੀ ਉਮਰ 'ਚ ਸਨ 1985 'ਚ ਕੈਨੇਡਾ ਆਇਆ ਸੀ। ਕਿਚਨਰ ਯੂਨੀਵਰਸਿਟੀ ਤੋਂ ਉੱਚ ਵਿੱਦਿਆ ਪ੍ਰਾਪਤ ਕਰਨ ਉਪਰੰਤ ਦੇਵ ਚੌਹਾਨ 31 ਮਾਰਚ 1991 ਨੂੰ ਰਾਇਲ ਕੈਨੇਡੀਅਨ ਮਾਊਂਟਡ ਪੁਲਿਸ 'ਚ ਭਰਤੀ ਹੋ ਗਿਆ, ਜਿੱਥੇ ਸਿਪਾਹੀ ਤੋਂ ਸਰਜੈਂਟ ਤੇ ਫਿਰ 27 ਜੂਨ 2019 ਨੂੰ ਦੇਵ ਚੌਹਾਨ ਜਾਂਚ ਏਜੰਸੀ ਇੰਟੀਗ੍ਰੇਟਿਡ ਹੋਮੋਸਾਈਡ ਇਨਵੈਸਟੀਗੇਸ਼ਨ ਟੀਮ ਦਾ ਮੁਖੀ ਬਣਿਆ ਤੇ ਹੁਣ ਉਹ ਰਿਚਮੰਡ ਦਾ ਪੁਲਿਸ ਮੁਖੀ ਨਿਯੁਕਤ ਕੀਤਾ ਗਿਆ। ਇਸ ਤੋਂ ਪਹਿਲਾਂ ਵੀ ਕਈ ਵਾਰ ਪੰਜਾਬੀਆਂ ਨੇ ਆਪਣੀ ਮਿਹਨਤ ਦੇ ਸਿਰ ਤੇ ਮਾਣਮੱਤਾ ਮੁਕਾਮ ਹਾਸਲ ਕੀਤੇ ਨੇ। ਸਾਲ 2021 ਚ ਕੈਨੇਡਾ ਦੇ ਵਿੱਚ 2 ਪੰਜਾਬੀ ਮੁਟਿਆਰਾਂ ਜਸਪ੍ਰੀਤ ਸੁੰਨਰ ਅਤੇ ਮਾਨਵ ਗਿੱਲ ਨੂੰ ਸਰੀ ਪੁਲਿਸ ਬੋਰਡ ਦਾ ਡਾਇਰੈਕਟਰ ਨਿਯੁਕਤ ਕੀਤਾ ਗਿਆ ਸੀ। ਮਾਨਵ ਗਿੱਲ ਦੀ ਨਿਯੁਕਤੀ ਦੀ ਮਿਆਦ 31 ਦਸੰਬਰ 2022 ਤੱਕ ਰਹੇਗੀ ਅਤੇ ਜਸਪ੍ਰੀਤ ਸੁੰਨਰ ਦੀ ਨਿਯੁਕਤੀ 30 ਜੂਨ 2023 ਤੱਕ ਕੀਤੀ ਗਈ ਹੈ। ਸਰੀ ਪੁਲਿਸ ਬੋਰਡ ਵਿੱਚ ਮੈਂਬਰ ਵਜੋਂ ਸੇਵਾਵਾਂ ਦੇ ਰਹੀ ਮਾਨਵ ਗਿੱਲ ਕੋਲ ਸਿਹਤ ਸੰਭਾਲ ਦੇ ਖੇਤਰ ਵਿੱਚ ਕੰਮ ਕਰਨ ਦਾ ਲੰਬਾ ਤਜਰਬਾ ਹੈ। ਮਾਨਵ ਨੇ ਵਿਕਟੋਰੀਆ ਯੂਨੀਵਰਸਿਟੀ ਤੋਂ ਨਰਸਿੰਗ ਅਤੇ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਤੋਂ ਹੈਲਥ ਐਡਮਿਨਿਸਟ੍ਰੇਸ਼ਨ ਦੀ ਡਿਗਰੀ ਕੀਤੀ ਹੈ। ਪੇਸ਼ੇ ਵਜੋਂ ਰਜਿਸਟਰਡ ਨਰਸ ਮਾਨਵ BC ਸੈਂਟਰ ਫਾਰ ਡਿਸੀਜ਼ ਕੰਟਰੋਲ ਵਿੱਚ ਪਬਲਿਕ ਹੈਲਥ ਮੈਨੇਜਰ ਵਜੋਂ ਕੰਮ ਕਰ ਚੁੱਕੀ ਹੈ। ਲੇਬਰ ਰਿਲੇਸ਼ਨਸ, ਰੋਜ਼ਗਾਰ ਅਤੇ ਮਨੁੱਖੀ ਅਧਿਕਾਰਾਂ ਸੰਬੰਧੀ ਕਾਨੂੰਨ ਵਿੱਚ ਮਾਹਰ ਜਸਪ੍ਰੀਤ ਸੁੰਨਰ ਸਰੀ ਪੁਲਿਸ ਬੋਰਡ ਨਾਲ ਸੰਬੰਧਿਤ ਪੰਜਾਬੀ ਮੂਲ ਦੀ ਦੂਜੀ ਮਹਿਲਾ ਹੈ। ਥਾਈਲੈਂਡ ਵਿੱਚ ਸੰਯੁਕਤ ਰਾਸ਼ਟਰੀ ਦਫ਼ਤਰ ਨਾਲ ਕੰਮ ਕਰਦਿਆਂ ਜਸਪ੍ਰੀਤ ਦੱਖਣ ਪੂਰਬੀ ਏਸ਼ੀਆਈ ਦੇਸ਼ਾਂ ਲਈ ਬੱਚਿਆਂ ਦੀ ਰੱਖਿਆ ਅਤੇ ਮਨੁੱਖੀ ਤਸਕਰੀ ਵਿਰੋਧੀ ਕਾਨੂੰਨ ਦਾ ਖਰੜ ਤਿਆਰ ਕਰਨ ਵਿੱਚ ਕੰਮ ਕਰ ਚੁੱਕੀ ਹੈ। ਜਸਪ੍ਰੀਤ ਇਸ ਸਮੇਂ ਸਰੀ ਵੈਨਕੂਵਰ ਸੈਂਟਰ ਦੇ ਬੋਰਡ ਅਤੇ ਸੰਯੁਕਤ ਰਾਸ਼ਟਰ ਸੰਘ ਦੀ ਕੈਨੇਡਾ ਵਿਚਾਲੇ ਵੈਨਕੂਵਰ ਬ੍ਰਾਂਚ ਵਿੱਚ ਵੀ ਆਪਣੀਆਂ ਸੇਵਾਵਾਂ ਦੇ ਰਹੀ ਹੈ। ਜਸਪ੍ਰੀਤ ਨੇ ਕੈਲਗਰੀ ਯੂਨੀਵਰਸਿਟੀ ਤੋਂ ਜੂਰਿਸ ਡਾਕਟਰ ਅਤੇ ਸਾਈਮਨ ਫਰੇਜ਼ਰ ਯੂਨੀਵਰਸਿਟੀ ਤੋਂ ਕ੍ਰਿਮੀਨੋਲੋਜੀ ਵਿੱਚ ਡਿਗਰੀ ਕੀਤੀ ਹੋਈ ਹੈ। ਦੱਸਣਯੋਗ ਹੈ ਕਿ ਸਰੀ ਪੁਲਿਸ ਬੋਰਡ ਇੱਕ ਆਜ਼ਾਦ ਬੋਰਡ ਹੈ ਜੋ ਕਿ ਸਰੀ ਪੁਲਿਸ ਵਿੱਚ ਭਰਤੀ ਨਵੇਂ ਮੁਲਾਜ਼ਮਾਂ ਨੂੰ ਸਹੁੰ ਚੁਕਾਉਣ, ਨੀਤੀ, ਬਜਟ ਅਤੇ ਸ਼ਿਕਾਇਤਾਂ ਆਦਿ ਉੱਪਰ ਕੰਮ ਕਰਦਾ ਹੈ। ਨਿਯਮਾਂ ਮੁਤਾਬਕ ਸ਼ਹਿਰ ਦਾ ਮੇਅਰ ਇਸ ਦਾ ਚੇਅਰਮੈਨ ਹੁੰਦਾ ਹੈ। ਬੋਰਡ ਦੇ ਕੋਲ ਕੁੱਲ 9 ਮੈਂਬਰ ਹੋ ਸਕਦੇ ਹਨ, ਜਿਨ੍ਹਾਂ ਵਿੱਚੋਂ ਇੱਕ ਚੇਅਰਮੈਨ ਨਿਯੁਕਤ ਕਰਦਾ ਹੈ, ਜਦਕਿ ਬਾਕੀ ਪ੍ਰੋਵਿੰਸ ਵੱਲੋਂ ਨਿਯੁਕਤ ਕੀਤੇ ਜਾਂਦੇ ਹਨ। ਇਹ ਮੈਂਬਰ ਘੱਟੋ-ਘੱਟ 1 ਸਾਲ ਲਈ ਅਤੇ ਵੱਧ ਤੋਂ ਵੱਧ 6 ਸਾਲ ਲਈ ਚੁਣੇ ਜਾਂਦੇ ਨੇ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਨਿਊਜ਼ੀਲੈਂਡ ਜਾਣ ਦੇ ਚਾਹਵਾਨ ਲੋਕਾਂ ਲਈ ਵੱਡੀ ਖਬਰ ਸਾਹਮਣੇ ਆ ਰਹੀ ਹੈ। ਬਾਰਡਰ ਖੋਲੇ ਜਾਣ ਸੰਬੰਧੀ 15 ਦਿਨ ਪਹਿਲਾਂ ਨਿਊਜ਼ੀਲੈਂਡ ਸਰਕਾਰ ਨੇ ਐਲਾਨ ਕੀਤਾ ਸੀ ਕਿ ਪੂਰੀ ਤਰ੍ਹਾਂ ਵੈਕਸੀਨ ਲਵਾ ਚੁੱਕੇ ਨਿਊਜ਼ੀਲੈਂਡ ਵਾਸੀਆਂ ਲਈ ਸੈਲਫ ਆਈਸੋਲੇਸ਼ਨ ਦੀ ਜ਼ਰੂਰਤ ਖਤਮ ਕਰ ਦਿੱਤੀ ਜਾਵੇਗੀ ਤੇ ਹੁਣ ਪ੍ਰਧਾਨ ਮੰਤਰੀ ਜਸਿੰਡਾ ਆਰਡਨ ਨੇ ਐਲਾਨਿਆ ਹੈ ਕਿ ਸਰਕਾਰ ਆਸਟ੍ਰੇਲੀਅਨ ਲੋਕਾਂ ਅਤੇ ਅੰਤਰਰਾਸ਼ਟਰੀ ਸੈਲਾਨੀਆਂ ਲਈ ਆਪਣੇ ਬਾਰਡਰ ਖੋਲ੍ਹਣ ਜਾ ਰਹੀ ਹੈ। ਨਿਊਜ਼ੀਲੈਂਡ ਦੇ ਪ੍ਰਧਾਨ ਮੰਤਰੀ ਜਸਿੰਡਾ ਆਰਡਨ ਨੇ ਕਿਹਾ ਕਿ ਨਿਊਜ਼ੀਲੈਂਡ ਦੀ ਸਰਕਾਰ ਆਸਟ੍ਰੇਲੀਅਨ ਲੋਕਾਂ ਅਤੇ ਅੰਤਰਰਾਸ਼ਟਰੀ ਸੈਲਾਨੀਆਂ ਲਈ ਆਪਣੇ ਬਾਰਡਰ ਖੋਲ੍ਹਣ ਜਾ ਰਹੀ ਹੈ। ਆਰਡਨ ਨੇ ਇੱਕ ਪ੍ਰੈਸ ਕਾਨਫਰੰਸ ਵਿੱਚ ਦੱਸਿਆ ਕਿ ਰਾਤ 11:59 ਤੋਂ ਸਥਾਨਕ ਸਮੇਂ ਅਨੁਸਾਰ 12 ਅਪ੍ਰੈਲ ਨੂੰ ਆਸਟ੍ਰੇਲੀਆਈ ਲੋਕ ਨਿਊਜ਼ੀਲੈਂਡ ਦੀ ਇਕਾਂਤਵਾਸ ਮੁਕਤ ਯਾਤਰਾ ਕਰਨ ਦੇ ਯੋਗ ਹੋਣਗੇ ਅਤੇ ਇਸ ਤੋਂ ਬਾਅਦ ਫਿਰ 2.5 ਹਫ਼ਤਿਆਂ ਬਾਅਦ ਸਥਾਨਕ ਸਮੇਂ ਅਨੁਸਾਰ ਰਾਤ 11:59 ਵਜੇ ਤੋਂ 1 ਮਈ ਨੂੰ ਵੀਜ਼ਾ ਛੋਟ ਵਾਲੇ ਦੇਸ਼ ਜਿਵੇਂ ਕਿ ਬ੍ਰਿਟੇਨ, ਸੰਯੁਕਤ ਰਾਜ, ਜਾਪਾਨ, ਜਰਮਨੀ, ਦੱਖਣ ਕੋਰੀਆ ਅਤੇ ਸਿੰਗਾਪੁਰ ਦੇ ਟੀਕਾਕਰਨ ਵਾਲੇ ਯਾਤਰੀ ਅਤੇ ਵੈਧ ਵਿਜ਼ਿਟਰ ਵੀਜ਼ਾ ਵਾਲੇ ਲੋਕ ਯਾਤਰਾ ਕਰ ਸਕਣਗੇ। Today I'm announcing the next stage in our border reopening work. Our border has already reopened to New Zealanders from around the world. And on Monday, critical and skilled workers also became eligible to enter without isolation to shore up our workforces in industries such as agriculture, technology and construction as our economy rebounds. And we have now received guidance that it is safe to significantly bring forward the next stage of border reopening work to welcome back our tourists. In doing so, we are sending a very clear message that we are accelerating our economic recovery. Closing our border was one of the first actions we took to stop COVID-19 over 2 years ago. And its reopening will spur our economic recovery throughout the remainder of the year. You'll recall in February this year when we announced our border reopening plans, we also said the dates could change as we experienced our own Omicron wave and looked to come out the other side. That is now the situation we find ourselves in.
That means we can plan with greater certainty, with the comfort of knowing the impact of these changes are safe and manageable. In short, we're ready to welcome the world back. And today I can confirm, from 11:59 p.m. Tuesday 12 April, vaccinated Australians can travel to New Zealand. And from 11:59 p.m. Sunday, the 1st of May, vaccinated travellers from visa waiver countries and those with valid visitor visas can travel to New Zealand. Our strong health response, including having the lowest death rate in the OECD over the past 2 years, is now also an asset. We are a safe place to visit, and New Zealand will be ready with open arms. ਪ੍ਰਧਾਨ ਮੰਤਰੀ ਨੇ ਕਿਹਾ ਕਿ ਆਗਾਮੀ ਆਸਟ੍ਰੇਲੀਅਨ ਸਕੂਲਾਂ ਦੀਆਂ ਛੁੱਟੀਆਂ ਲਈ ਸਮੇਂ ਸਿਰ ਮੁੜ ਖੋਲ੍ਹਣ ਨਾਲ ਥੋੜੇ ਸਮੇਂ ਵਿੱਚ ਨਿਊਜ਼ੀਲੈਂਡ ਦੀ ਆਰਥਿਕਤਾ ਰਿਕਵਰੀ ਵਿੱਚ ਮਦਦ ਮਿਲੇਗੀ। ਅੰਕੜੇ ਦਿਖਾਉਂਦੇ ਹਨ ਕਿ ਟਰਾਂਸ ਤਸਮਾਨ ਯਾਤਰੀਆਂ ਨੇ ਇਤਿਹਾਸਕ ਤੌਰ ਤੇ ਨਿਊਜ਼ੀਲੈਂਡ ਦੇ ਅੰਤਰਰਾਸ਼ਟਰੀ ਆਮਦ ਦਾ 40% ਹਿੱਸਾ ਬਣਾਇਆ ਹੈ। ਹਰ ਸਾਲ ਲਗਭਗ 1.5 ਮਿਲੀਅਨ ਆਸਟ੍ਰੇਲੀਅਨ ਨਿਊਜ਼ੀਲੈਂਡ ਆਉਂਦੇ ਹਨ। In particular, I look forward to welcoming back our trans-Tasman travellers, who have historically made up 40% of our international arrivals, around 1.5 million Australians. They will be able to arrive in time for the Australian school holidays and provide a particular boost for our coming winter ski season. Prior to COVID-19, tourism was a huge export earner for New Zealand, contributing 5.5% to GDP, bringing in about 41 billion altogether. But the spend reaches much further than that. A further 11 billion is generated indirectly, and tourist demand benefits a range of industries: accommodation, transport, retail, not to mention adventure, entertainment, arts and culture. It was also responsible too for 8% of our national workforce. I do want to acknowledge that this decision comes at a time when we are reaching a level of COVID we haven't seen before, but had planned for, and I do want to offer some reassurance. Firstly, we know that travel numbers will be below 2019. It will take time to rebuild. And while we have removed all traveller isolation so that tourists will be able to experience the sights and sounds immediately, they will be required to have a pre-departure test. That pre-departure test can be a supervised LAMP, rapid antigen or a PCR test. Then when they arrive, they have a further 2 rapid antigen tests on day 01 and day 56, which is the case at the border presently. And so we strike the balance. An earlier reopening for tourism and the air travel that brings also increases capacity for our exports, helping to lower freight rates and the flow-on costs of goods that stems from that. This will be a further boost for our biggest export earner, the primary sector, which is already receiving record prices for goods and contributing significantly to our economic recovery. Our work to keep shipping lines and supply chains open and new free trade agreements such as the UK and EU further support economic recovery. But ultimately, the most poignant moments in reopening to the world so far have surely been those when family and friends are reunited. It's been particularly timely to see that and feel grateful for it in light of the events we are all bearing witness to around the world. But a critical element is also to reunite visitors with our regional economies, to welcome back our tourists and extend our manaakitanga once more. I'm proud that New Zealand is a country able in this moment in time to provide a safe place for our tourists to return to. ਦੱਸ ਦਈਏ ਕਿ ਬੰਦ ਸਰਹੱਦਾਂ ਨੇ ਆਰਥਿਕਤਾ ਤੇ ਮਹੱਤਵਪੂਰਨ ਪ੍ਰਭਾਵ ਪਾਇਆ ਹੈ। ਸੀਜ਼ਨਲ ਲੇਬਰਰਸ ਦੀ ਸਪਲਾਈ ਨੂੰ ਅਤੇ ਹਵਾਈ ਸ਼ਿਪਿੰਗ ਵਿਕਲਪਾਂ ਨੂੰ ਘਟਾਉਣ ਦੇ ਨਾਲ ਬੰਦ ਸਰਹੱਦਾਂ ਨਾਲ ਅੰਤਰਰਾਸ਼ਟਰੀ ਟੂਰਿਜ਼ਮ ਨੂੰ ਵੀ ਰੋਕ ਲੱਗਦੀ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਨਿਊਜ਼ੀਲੈਂਡ ਦੀ ਪ੍ਰਧਾਨ ਮੰਤਰੀ ਜਸਿੰਡਾ ਆਰਡਨ ਆਖਰਕਾਰ ਕਾਸਟ ਆਫ ਲਿਵਿੰਗ ਕ੍ਰਾਈਸਿਸ ਨੂੰ ਸਵੀਕਾਰ ਕਰ ਰਹੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਰਕਾਰ ਪੈਟਰੋਲ ਪੰਪਾਂ ਤੇ ਤੁਰੰਤ ਟੈਕਸ ਰਾਹਤ ਦੇਵੇਗੀ। ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਨਿਊਜ਼ੀਲੈਂਡ ਵਾਸੀਆਂ ਨੂੰ ਮਹਿੰਗਾਈ ਤੋਂ ਰਾਹਤ ਦੇਣ ਲਈ ਸਰਕਾਰ ਵੱਲੋਂ ਕੀਤੇ ਜਾ ਰਹੇ ਵੱਖ-ਵੱਖ ਉਪਰਾਲਿਆਂ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਹੈ। ਪੈਟਰੋਲ ਪੰਪਾਂ ਤੇ ਇੱਕੋਦਮ ਇੰਨੇ ਜ਼ਿਆਦਾ ਮੁੱਲ ਵਧਣ ਕਾਰਨ ਨਿਊਜ਼ੀਲੈਂਡ ਵਾਸੀਆਂ ਲਈ ਇਹ ਵੱਡੀ ਸਮੱਸਿਆ ਦਾ ਕਾਰਨ ਬਣ ਰਿਹਾ ਸੀ। ਪਰ ਨਿਊਜ਼ੀਲੈਂਡ ਸਰਕਾਰ ਨੇ ਵੱਡੀ ਰਾਹਤ ਦਿੰਦਿਆਂ ਫਿਊਲ ਟੈਕਸ ਘਟਾਉਣ ਦਾ ਫੈਸਲਾ ਲੈਂਦਿਆਂ ਪਬਲਿਕ ਟਰਾਂਸਪੋਰਟ ਦਾ ਕਿਰਾਇਆ ਵੀ ਅੱਧਾ ਕਰ ਦਿੱਤਾ ਹੈ।
ਫਿਊਲ ਟੈਕਸ ਘਟਣ ਦਾ ਸਿੱਧਾ ਫਾਇਦਾ ਨਿਊਜ਼ੀਲੈਂਡ ਵਾਸੀਆਂ ਨੂੰ 25 ਸੈਂਟ ਪ੍ਰਤੀ ਲੀਟਰ ਦੇ ਹਿਸਾਬ ਨਾਲ ਮਿਲੇਗਾ। ਇਸ ਦੇ ਨਾਲ ਹੀ ਪਬਲਿਕ ਟਰਾਂਸਪੋਰਟੇਸ਼ਨ ਦੇ ਕਿਰਾਏ 1 ਅਪ੍ਰੈਲ ਤੋਂ ਘਟਾਏ ਜਾਣਗੇ। ਸਰਕਾਰ ਦੀ ਅਨਾਉਂਸਮੈਂਟ ਬਾਰੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਲਾਈਵ ਹੋ ਕੇ ਪ੍ਰਧਾਨ ਮੰਤਰੀ ਜਸਿੰਡਾ ਆਰਡਨ ਨੇ ਸਾਰੀ ਜਾਣਕਾਰੀ ਸਾਂਝੀ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਐਨਰਜੀ ਮਿਨਿਸਟਰ ਨੇ ਫਿਊਲ ਕੰਪਨੀਆਂ ਨਾਲ ਵੀ ਇਸ ਸੰਬੰਧ ਵਿੱਚ ਸਾਰੀ ਗੱਲਬਾਤ ਕੀਤੀ ਹੈ। Fuel excise. That's basically the thing that we can control as government by 25 cents. That's at the pump. What we'll then do for those vehicles where there are road users charges, we'll make a similar reduction. It won't be quite as quick for RUC because it takes a little more, there's some extra changes we need to be able to have to make in order for that to flow through, but both will apply for 3 months. Then we'll have a look at the situation we're in at that time, whether or not we've seen a stabilisation in what people are seeing and experiencing at the pump, and then work through what we'll do from there. But when we do come to remove it, we will be really careful to make sure that we ease it out so that we don't see a dramatic impact on New Zealanders there. So one of the questions I know that rightly everyone has is how can we guarantee that fuel companies will pass that on? Well, our Energy Minister, right after Cabinet, contacted the chief executives of at least 4 of the major companies in New Zealand, and all of them assured the Minister that they would be passing it on directly. I actually understand that one of the companies may have already moved on that change and have implemented a 25% reduction already, 25 cent reduction on per litre already. What we're also, she is putting in writing, seeking confirmation in writing that they will be passing on that reduction. What she's also looking at doing is making sure that we are publicly showing the data on a regular basis around fuel margins, because that transparency we think will really make a difference as well. Look, at the same time, because one of the things we're really mindful of course, we're doing so much work to transition away from our reliance on fossil fuels, and it's one of the things that gives insecurity really, because we are we do experience these shocks because of global events, and we're not well protected from those. So building in extra resilience to energy shocks means moving away from fossil fuels. And so that's why one of the other decisions we made today was to reduce the cost of public transport by 50% for 3 months as well. So what we want to do is support those who do have the option of moving to public transport, make that even more accessible and more affordable by reducing the cost as well. Now, actually, public transport use has dropped since COVID, so we hope that encourage people to go back to public transport where that is an option for them. But we totally acknowledge that it's not an option for everyone, which is another reason why we've moved on excise with that 25 cent per litre reduction as well. ਇਸ ਦੇ ਨਾਲ ਹੀ ਪ੍ਰਧਾਨ ਮੰਤਰੀ ਨੇ ਨਿਊਜ਼ੀਲੈਂਡ ਵਾਸੀਆਂ ਦੀ ਜੇਬ ਨੂੰ ਵੱਧ ਰਹੀ ਮਹਿੰਗਾਈ ਤੋਂ ਰਾਹਤ ਦੇਣ ਲਈ ਹੋਰ ਵੀ ਕਈ ਅਨਾਉਂਸਮੈਂਟਸ ਕੀਤੀਆਂ ਨੇ। ਆਰਡਨ ਨੇ ਦੱਸਿਆ ਕਿ ਵਿੰਟਰ ਐਨਰਜੀ ਪੇਮੈਂਟ 1 ਮਈ ਨੂੰ ਮੁੜ ਸ਼ੁਰੂ ਹੋਵੇਗੀ, ਜੋ ਕਿ ਜੋੜਿਆਂ ਅਤੇ ਡਿਪੈਂਡੈਂਟ ਬੱਚਿਆਂ ਵਾਲੇ ਲੋਕਾਂ ਲਈ ਹਫ਼ਤੇ ਵਿੱਚ $31.82 ਪ੍ਰਦਾਨ ਕਰਦੀ ਹੈ, ਜੋ ਕਿ ਪੂਰੀ ਸਰਦੀਆਂ ਵਿੱਚ ਕੁੱਲ $700 ਹੋਵੇਗੀ। For that relief for our low and middle income families in particular, some of these other initiatives are a way that we can support them. So from the 1st of April, there are a few things happening. 346,000 families, 60% of families, will see their incomes lift by an average of $20 a week. And we're doing that through the family tax credit. So that's working families, families who are on government support, 60% all receiving that income boost. For our superannuitants from the 1st of April, a single person for a fortnight will get an increase of $52. For a couple, it's $80. And on the 1st of April, we also have the second tranches of our benefit increases as well, because we know they've had very low levels of income, and we know that we've needed to increase those. So another tranche of that comes through on the 1st of April. Then from the 1st of May, we have the winter energy payment coming in.
That benefits roughly actually over 1 million New Zealanders. So again, our superannuitants are in that group as well. That represents an extra $30 a week as well. So $700 over the course of winter to help with those extra costs too, for those low-income families and our superannuitants as well. There's also, on the 1st of April, income threshold changes for childcare assistance coming in too. So these are all things that we've been working on to directly lift the incomes of low and middle income New Zealanders. But ਦੱਸ ਦਈਏ ਕਿ ਲਗਾਤਾਰ ਵੱਧ ਰਹੀ ਇਸ ਮਹਿੰਗਾਈ ਕਾਰਨ ਨਿਊਜ਼ੀਲੈਂਡ ਸਰਕਾਰ ਤੇ ਕਾਫੀ ਦਬਾਅ ਸੀ, ਜਿਸ ਕਾਰਨ ਸਰਕਾਰ ਨੂੰ ਇਹ ਫੈਸਲੇ ਲੈਣੇ ਪਏ ਹਨ। ਇੱਕ ਅੰਦਾਜ਼ੇ ਅਨੁਸਾਰ ਸਰਕਾਰ ਪ੍ਰਤੀ ਲੀਟਰ 77 ਸੈਂਟ ਟੈਕਸ ਨਿਊਜ਼ੀਲੈਂਡ ਵਾਸੀਆਂ ਤੋਂ ਹਾਸਲ ਕਰਦੀ ਹੈ। ਆਕਲੈਂਡ ਵਾਸੀ 10 ਸੈਂਟ ਹੋਰ ਜ਼ਿਆਦਾ ਦਿੰਦੇ ਹਨ ਤੇ ਇਸ ਦੇ ਉੱਪਰ ਹੋਰ ਕਈ ਟੈਕਸਾਂ ਸਮੇਤ 15% GST ਵੀ ਲਗਾਇਆ ਜਾਂਦਾ ਹੈ। ਬਿਊਰੋ ਰਿਪੋਰਟ, ਚੈਨਲ ਪੰਜਾਬੀ। ਅੱਜ ਦੇ ਇਸ ਬੁਲਟਨ 'ਚ ਬਸ ਇੰਨਾ ਹੀ। ਨਵੀਆਂ ਤੇ ਤਾਜ਼ਾ ਖਬਰਾਂ ਲੈ ਕੇ ਫਿਰ ਤੋਂ ਹਾਜ਼ਰ ਹੋਵਾਂਗੇ। ਹੁਣ ਮੈਨੂੰ ਦਿਓ ਇਜਾਜ਼ਤ। ਧੰਨਵਾਦ।